नहीं ਵੱਡੀ ਗੱਲ ਤਾਂ ਬੀਬਾ ਜੀ ਦੇਖੋ ਹੈਗੀ ਉਹ ਆ ਤੁਸੀਂ ਕੋਈ ਵੀ ਆਵਾਜ਼ ਚੁੱਕਦੇ ਹੋ ਤੇ ਉਹ ਵੱਡੀ ਗੱਲ ਬਣ ਜਾਂਦੀ ਆ ਠੀਕ ਹੈ ਲੇਕਿਨ ਪਰ ਦੋਸ਼ੀਆਂ ਨੂੰ ਸਜ਼ਾ ਤਾਂ ਦੇਖੋ ਦਿੱਤੀ ਜਾਣੀ ਚਾਹੀਦੀ ਸੀ ਨਾ ਤੇ ਜਿਸ ਤਰੀਕੇ ਦੇ ਨਾਲ ਹੁਣ ਐਸਜੀਪੀਸੀ ਨੇ ਪ੍ਰਧਾਨ ਸਾਹਿਬ ਤਾਂ ਕਹਿ ਰਹੇ ਕਿ ਧਾਰਮਿਕ ਸਜ਼ਾ ਅਸੀਂ ਦੇ ਦਿੱਤੀ ਆ ਜੀ ਚਲੋ ਠੀਕ ਹੋ ਗਿਆ। देखो जी मामला ਇਹੋ ਜਿਹਾ ਕਿ ਇਹਨੇ ਬੰਦ ਕੀਤਾ ਬੰਦ ਹੋਣਾ ਨਹੀਂ ਹੈ ਜੀ ਜਦ ਤੱਕ ਕਿ ਇਹਦੇ ਅਸੀਂ ਇਹਨੂੰ ਇੱਕ ਸਾਰਥਕ ਨਤੀਜੇ ਤੇ ਪਹੁੰਚ ਕੇ ਇਹਨੂੰ ਖਤਮ ਨਹੀਂ ਕਰਦੇ। ਤੁਸੀਂ ਬਾਰ-ਬਾਰ ਇਹ ਵੀ ਮੰਗ ਕਰ ਰਹੇ ਸੀ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ ਕਿਉਂਕਿ ਜੇ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤੇ ਅੱਗੇ ਤੋਂ ਹੋਰ ਲੋਕ ਵੀ ਗਲਤੀਆਂ ਕਰ ਸਕਦੇ। ਤੇ ਇਹੋ ਜਿਹੀਆਂ ਜਿਹੜੀਆਂ ਪੈਸੇ ਦਾ ਗਬਨ ਦੀ ਗੱਲ ਹੈ ਇਹੋ ਜਿਹੇ ਕੇਸ ਹੁਣ ਜਿਹੜੇ ਨਾ ਅਕਾਲ ਤਖਤ ਤੇ ਥੋੜੀ ਵਿਚਾਰੇ ਜਾਣਗੇ। ਅਕਾਲ ਤਖਤ ਤੇ ਤਾਂ ਸਿਰਫ ਉਹ ਕੇਸ ਵਿਚਾਰੇ ਜਾਣੇ ਚਾਹੀਦੇ ਜਿਹੜੇ ਕਿ ਸਾਡੀ ਕੌਮ ਦੇ ਨਾਲ ਕੌਮੀ ਮੁੱਦਿਆਂ ਦੇ ਨਾਲ ਸਿੱਖੀ ਦੇ ਨਾਲ ਸੰਬੰਧਿਤ ਹਨ। ਹੁਣ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਮਤਾ ਕਰਕੇ ਜਥੇਦਾਰ ਅਕਾਲ ਤਖਤ ਨੂੰ ਦੁਬਾਰਾ ਕਿਹਾ ਜੀ ਇਹਦੀ ਜਿਹੜੀ ਮੁਲਾਜ਼ਮਾਂ ਤੇ ਕਾਰਵਾਈ ਕਰਨੀ ਹੈ ਤੁਸੀਂ ਕਰੋ। ਤੇ ਇਸ ਮੌਕੇ ਅਸੀਂ ਲਾਈਨ ਤੇ ਲੈਨੇ ਆ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਨੇ ਬੀਬਾ ਕਰਨਜੀਤ ਕੌਰ ਜੀ। ਬੀਬਾ ਜੀ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਬਹੁਤ ਮਿਹਰਬਾਨੀ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਅਸੀਂ ਬੀਬਾ ਜੀ ਤੁਹਾਡੀ ਅਸੀਂ ਗੱਲਬਾਤ ਕਰਦੇ ਹਾਂ। ਸਾਡੇ ਦਰਸ਼ਕ ਹਮੇਸ਼ਾ ਜੋ ਵੀ ਤੁਸੀਂ ਕਰਦੇ ਹੋ ਜਿਸ ਤਰ੍ਹਾਂ ਦੇ ਨਾਲ ਤੁਸੀਂ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦੇ ਹੋ ਸਾਡੇ ਦਰਸ਼ਕ ਵੀ ਤੁਹਾਡੀ ਸ਼ਲਾਘਾ ਕਰਦੇ ਆ। ਹੁਣੇ ਸਰਦਾਰ ਪਿਆਰਾ ਸਿੰਘ ਜੀ ਸੀ ਅਮਰੀਕਾ ਤੋਂ ਉਹ ਵੀ ਤੁਹਾਡੀ ਸਰਾਹਨਾ ਕਰ ਰਹੇ ਸੀ। ਲੇਕਿਨ ਬੀਬਾ ਜੀ ਇੱਕ ਪੋਸਟ ਤੁਸੀਂ ਆਪਣੇ ਵਿਚਾਰ ਦੀ ਪਾਈ ਹੈਗੀ ਆ ਫੇਸਬੁੱਕ ਦੇ ਉੱਪਰ ਤੇ ਉਸ ਬਾਰੇ ਅਸੀਂ ਜਾਣਨਾ ਚਾਹੁੰਦੇ ਆ ਕਿ ਇਜ਼ਹਾਰ ਆਲਮ ਦੀ ਜੋ ਧਰਮ ਪਤਨੀ ਨੇ ਉਹਨਾਂ ਨੂੰ ਜਿਸ ਤਰੀਕੇ ਨਾਲ ਇਸਤਰੀ ਅਕਾਲੀ ਦਲ ਦੇ ਵਿੱਚ ਨਵਾਜ਼ਿਆ ਗਿਆ ਅਹੁਦਾ ਉਹੀ ਅਹੁਦਾ ਤੁਹਾਨੂੰ ਵੀ ਦਿੱਤਾ ਗਿਆ। ਇਸ ਤੇ ਤੁਸੀਂ ਇਤਰਾਜ਼ ਕਿਉਂ ਜਤਾ ਰਹੇ ਹੋ? ਦੇਖੋ ਸਭ ਤੋਂ ਮੈਨੂੰ ਲੱਗਦਾ ਵੱਡੀ ਤਰਾਸਦੀ ਇਹ ਹੈ ਕਿ ਜੋ ਸਾਡੇ ਨਾਲ ਇਹ ਪਿਛਲੇ ਸਮੇਂ ਦੇ ਵਿੱਚ ਬੀਤੇ ਹੈ ਜੀ ਇਹ ਤਾਂ 80ਆਂ ਦੀਆਂ ਗੱਲਾਂ ਕਿੰਨੀਆਂ ਪੁਰਾਣੀਆਂ ਪਰ ਸਾਡੇ ਜਿਹੜੀ ਅੱਜ ਦੀ ਲੀਡਰਸ਼ਿਪ ਹੈ ਜਾਂ ਅੱਜ ਦੀ ਪੀੜ੍ਹੀ ਹੈ ਤੇ ਉਹਨਾਂ ਨੂੰ ਕਈਆਂ ਨੂੰ ਇਹਨਾਂ ਚਿਹਰਿਆਂ ਦਾ ਇਹਨਾਂ ਨਾਵਾਂ ਦਾ ਪਤਾ ਹੀ ਨਹੀਂ ਕਿ ਕਿਹੜੇ ਕਿਹਨਾਂ ਦਾ ਜਿਹੜਾ ਪਿਛੋਕੜ ਹੈ ਉਹ ਸਿੱਖ ਵਿਰੋਧੀ ਰਿਹਾ ਹੈਗਾ ਜੀ। ਹੁਣ ਇਜ਼ਹਾਰ ਆਲਮ ਉਹਨਾਂ ਬੰਦਿਆਂ ਵਿੱਚ ਹੈ ਜਿਹੜਾ 88-87 ਦੇ ਵਿੱਚ ਅੰਮ੍ਰਿਤਸਰ ਦਾ SSP ਸੀ ਜੀ ਜੀ ਔਰ ਜਿਹੜੀ ਆਲਮ ਸੇਨਾ ਬਣਾ ਕੇ ਇੱਕ ਆਊਟ ਆਫ ਲੀਗਲ ਸਾਰਾ ਕੁਝ ਕਿਲਿੰਗਸ ਦਾ ਸ਼ੁਰੂ ਕੀਤਾ ਫੇਕ ਐਨਕਾਊਂਟਰਸ ਦਾ ਜਿਹੜਾ ਸਿਲਸਿਲਾ ਸ਼ੁਰੂ ਕੀਤਾ ਇੱਥੋਂ ਸ਼ੁਰੂ ਹੋਇਆ ਸੀ ਜੀ। ਤੇ ਜਦੋਂ ਅਸੀਂ ਕਹਿੰਦੇ ਆ ਕਿ ਅਕਾਲੀ ਦਲ ਜਿਹੜਾ ਹੈ ਉਹ ਨਿਆਂ ਦੇ ਵਾਸਤੇ ਖੜਾ ਹੋਏਗਾ ਸੋਸ਼ਲ ਜਸਟਿਸ ਵਾਸਤੇ ਖੜਾ ਹੋਏਗਾ ਇਹ ਜਿਹੜੇ ਸਾਡੇ ਸਿੱਖ ਨੌਜਵਾਨਾਂ ਦੇ ਨਾਲ ਧੱਕਾ ਹੋਇਆ ਤੇ ਬਜਾਏ ਇਸੇ ਕਿ ਅਸੀਂ ਉਸ ਅਫਸਰ ਤੋਂ ਇੱਕ ਦੂਰੀ ਬਣਾ ਕੇ ਤੇ ਉਹਦੇ ਕੋਲੋਂ ਹਿਸਾਬ ਮੰਗੀਏ ਉਹਨਾਂ ਫੇਕ ਐਨਕਾਊਂਟਰਸ ਦਾ ਉਹਨਾਂ ਡਿਸਅਪੀਅਰੈਂਸਸ ਦਾ ਜਿਹੜੀਆਂ ਹੋਈਆਂ ਤੇ ਇਹ ਪੋਲੀਟੀਕਲ ਪਾਰਟੀਆਂ ਵਿੱਚ ਆ ਗਏ ਆਫਟਰ ਰਿਟਾਇਰਮੈਂਟ। ਹੁਣ ਜਿਹੜੀ ਬੀਬੀ ਫਰਜ਼ਾਨਾ ਆਲਮ ਹੈ ਉਹਦੀ ਸਿਰਫ ਇੰਨੀ ਗੱਲ ਕੰਟਰੀਬਿਊਸ਼ਨ ਹੈ ਕਿ ਉਹ ਇਜ਼ਹਾਰ ਆਲਮ ਦੀ ਪਤਨੀ ਹੈ ਬਿਲਕੁਲ ਆਪਣੀ ਤਾਂ ਉਹਦੀ ਕੋਈ ਕੰਟਰੀਬਿਊਸ਼ਨ ਹੈ ਨਹੀਂ ਜੀ ਔਰ ਸਿੱਧਾ ਇਜ਼ਹਾਰ ਆਲਮ ਨੂੰ ਨਾ ਕਿਸੇ ਪੋਲੀਟੀਕਲ ਉਹਦੇ ਨਾਲ ਨਵਾਜ਼ਿਆ ਉਹਦੀ ਪਤਨੀ ਨੂੰ ਨਵਾਜ਼ ਦਿੱਤਾ ਗੱਲ ਇੱਕੋ ਹੀ ਆ ਉਹ ਗੱਲ ਤਾਂ ਇੱਕੋ ਹੀ ਆ ਔਰ ਪਰ ਮੈਨੂੰ ਇੱਕ ਇਹ ਵੀ ਮੈਂ ਗੱਲ ਜ਼ਰੂਰ ਕਰਨੀ ਚਾਹਾਂਗੀ ਕਿ ਜਦੋਂ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਵਾਈਸ ਪ੍ਰੈਜ਼ੀਡੈਂਟ ਬਣਾਇਆ ਗਿਆ ਸੀ ਮੈਂ ਉਸ ਵਕਤ ਵੀ ਇਹਦੇ ਖਿਲਾਫ ਆਵਾਜ਼ ਉਠਾਈ ਸੀ ਪਰ ਨਾ ਸਿੱਖਾਂ ਨੇ ਨਾ ਕਿਸੇ ਮੀਡੀਆ ਨੇ ਕਿਸੇ ਨੇ ਇਸ ਇਸ਼ੂ ਨੂੰ ਟੇਕ ਅਪ ਨਹੀਂ ਸੀ ਕੀਤਾ। ਹੁਣ ਤਾਂ ਇੱਕ ਛੋਟੀ ਜਿਹੀ ਪੋਸਟ ਹੈ ਜਿਹੜੀ ਇਹਦੀ ਵਾਈਫ ਨੂੰ ਦਿੱਤੀ ਹੈ ਤੇ ਹੁਣ ਮੈਨੂੰ ਨਹੀਂ ਸਮਝ ਆਉਂਦੀ ਕਿ ਇੱਕਦਮ ਇਹ ਇੰਨੀ ਜ਼ਿਆਦਾ ਹਾਈਪ ਆ ਐਡੀ ਜ਼ਿਆਦਾ ਵੱਡੀ ਗੱਲ ਕਿਵੇਂ ਬਣ ਗਈ। ਨਹੀਂ ਵੱਡੀ ਗੱਲ ਤਾਂ ਬੀਬਾ ਜੀ ਦੇਖੋ ਹੈਗੀ ਉਹ ਆ ਤੁਸੀਂ ਕੋਈ ਵੀ ਆਵਾਜ਼ ਚੁੱਕਦੇ ਹੋ ਤੇ ਉਹ ਵੱਡੀ ਗੱਲ ਬਣ ਜਾਂਦੀ ਆ ਤੇ ਇਸੇ ਤੇ ਜੇ ਬਾਹਲਾ ਆਪਾਂ ਪਿੱਛੇ ਨਹੀਂ ਜਾਂਦੇ ਤਾਂ ਪਾਵਨ ਸਰੂਪਾਂ ਦੇ ਮਾਮਲੇ ਤੇ ਵੀ ਤੁਸੀਂ ਦੇਖੋ ਆਵਾਜ਼ ਬੁਲੰਦ ਕੀਤੀ ਸੀ ਪਰ ਬੀਬਾ ਜੀ ਕੀ ਕਾਰਨ ਹੈ ਕਿ ਇੱਕ ਮੈਂਬਰ ਇਸ ਤਰੀਕੇ ਦੇ ਨਾਲ ਕੁਝ ਦੱਸਦਾ ਕਿ ਇਹ ਠੀਕ ਨਹੀਂ ਹੋ ਰਿਹਾ ਇਸ ਨੂੰ ਦਰੁਸਤ ਕਰਨ ਦੀ ਜ਼ਰੂਰਤ ਆ ਤੇ ਫਿਰ ਐਸਜੀਪੀਸੀ ਆ ਉਸ ਮੈਂਬਰ ਦੀਆਂ ਉਸ ਸਲਾਹਾਂ ਤੇ ਕੰਮ ਕਿਉਂ ਨਹੀਂ ਕਰਦੀ? ਤੁਹਾਨੂੰ ਕੀ ਲੱਗਦਾ ਕਿ ਗੜਬੜ ਫਿਰ ਕਿੱਥੇ ਰਹਿ ਜਾਂਦੀ ਹੈ? ਮੈਨੂੰ ਲੱਗਦਾ ਕਿ ਸਾਡੇ ਵਿੱਚ ਜਿਹੜਾ ਧੜਾ ਸਿਆਸਤ ਹੈ ਨਾ
ਹਰ ਇਸ਼ੂ ਨੂੰ, ਹਰ ਮੁੱਦੇ ਨੂੰ ਧੜੇ ਦੀ ਸਿਆਸਤ ਵਿੱਚ ਤੋਲ ਕੇ ਦੇਖਿਆ ਜਾਂਦਾ ਹੈ ਜੀ। ਔਰ ਜੇ ਅਸੀਂ ਇੱਕ ਮੁੱਦੇ ਨੂੰ, ਅਸੀਂ ਇੱਕ ਪੰਥਕ ਮੁੱਦੇ ਨੂੰ ਅਗਰ ਸਿਰਫ ਸਿੱਖਾਂ ਦੇ ਹਿੱਤਾਂ ਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਜਾਂ ਸਿੱਖ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਰਾਂਗੇ ਤੇ ਮੈਨੂੰ ਨਹੀਂ ਲੱਗਦਾ ਵਿਚਾਰਾਂ ਦਾ ਕਿਸੇ ਦੇ ਨਾਲ ਕੋਈ ਵੀ ਵਖਰੇਵਾ ਹੋਏਗਾ। ਠੀਕ ਹੈ, ਲੇਕਿਨ ਪਰ ਦੋਸ਼ੀਆਂ ਨੂੰ ਸਜ਼ਾ ਤਾਂ ਦੇਖੋ ਦਿੱਤੀ ਜਾਣੀ ਚਾਹੀਦੀ ਸੀ ਨਾ, ਤੇ ਜਿਸ ਤਰੀਕੇ ਦੇ ਨਾਲ ਹੁਣ ਐਸਜੀਪੀਸੀ ਨੇ ਪ੍ਰਧਾਨ ਸਾਹਿਬ ਤਾਂ ਕਹਿ ਰਹੇ ਕਿ ਧਾਰਮਿਕ ਸਜ਼ਾ ਅਸੀਂ ਦੇ ਦਿੱਤੀ ਹੈ ਜੀ, ਚਲੋ ਠੀਕ ਹੋ ਗਿਆ। ਤੁਸੀਂ ਬਾਰ-ਬਾਰ ਇਹ ਵੀ ਮੰਗ ਕਰ ਰਹੇ ਸੀ ਕਿ ਇਸ ਤਰ੍ਹਾਂ ਦਾ ਨਹੀਂ ਹੋਣਾ ਚਾਹੀਦਾ, ਕਿਉਂਕਿ ਜੇ ਇਸੇ ਤਰ੍ਹਾਂ ਦਾ ਰਵੱਈਆ ਰਿਹਾ ਤੇ ਅੱਗੇ ਤੋਂ ਹੋਰ ਲੋਕ ਵੀ ਗਲਤੀਆਂ ਕਰ ਸਕਦੇ। ਕੀ ਤੁਸੀਂ ਇਸ ਬਾਰੇ ਨਹੀਂ ਦੁਬਾਰਾ ਕੋਈ ਜਿਹੜੀ ਆਵਾਜ਼ ਹੈ ਇਹ ਇਸ ਬਾਰੇ ਆਪਣਾ ਪੱਖ ਦੁਬਾਰਾ ਫੇਰ ਖੁੱਲ੍ਹ ਕੇ ਕੀ ਰੱਖ ਸਕਦੇ ਹੋ, ਜਾਂ ਫਿਰ ਤੁਹਾਨੂੰ ਲੱਗਦਾ ਕਿ ਹੁਣ ਜਿਹੜਾ ਕਿ ਸਮਾਂ ਬਹੁਤ ਜ਼ਿਆਦਾ ਨਿਕਲ ਗਿਆ ਤੇ ਹੁਣ ਐਸਜੀਪੀਸੀ ਇਸ ਮਾਮਲੇ ਨੂੰ ਜਾਣਬੁੱਝ ਕੇ ਉਹ ਬੰਦ ਕਰਨਾ ਚਾਹ ਰਹੀ ਹੈ? ਦੇਖੋ ਜੀ, ਇਹ ਮਾਮਲਾ ਇਹੋ ਜਿਹਾ ਹੈ ਕਿ ਇਹਨੇ ਬੰਦ ਕੀਤਿਆ ਬੰਦ ਹੋਣਾ ਨਹੀਂ ਹੈ ਜੀ, ਜਦ ਤੱਕ ਕਿ ਅਸੀਂ ਇਹਨੂੰ ਇੱਕ ਸਾਰਥਕ ਨਤੀਜੇ ਤੇ ਪਹੁੰਚ ਕੇ ਇਹਨੂੰ ਖਤਮ ਨਹੀਂ ਕਰਦੇ। ਹੁਣ ਪਿਛਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਨੇ ਇੱਕ ਮਤਾ ਕਰਕੇ ਜਥੇਦਾਰ ਅਕਾਲ ਤਖਤ ਨੂੰ ਦੁਬਾਰਾ ਕਿਹਾ ਜੀ ਇਹਦੀ ਜਿਹੜੀ ਮੁਲਾਜ਼ਮਾਂ ਤੇ ਕਾਰਵਾਈ ਕਰਨੀ ਹੈ ਤੁਸੀਂ ਕਰੋ। ਅਸੀਂ ਦੁਬਾਰਾ 5 ਸ਼੍ਰੋਮਣੀ ਕਮੇਟੀ ਮੈਂਬਰਾਂ ਨੇ ਜਾ ਕੇ ਜਥੇਦਾਰ ਜੀ ਕੋਲ ਇਤਰਾਜ਼ ਕੀਤਾ ਕਿ ਵੀ ਜਿਹੜੀ ਇਹ ਧਰਮ ਪ੍ਰਚਾਰ ਕਮੇਟੀ ਅਕਾਲ ਤਖਤ ਦੇ ਪਿੱਛੇ ਲੁਕਣ ਦੀ ਕੋਸ਼ਿਸ਼ ਕਰ ਰਹੀ ਹੈ, ਆਪਣੀ ਜ਼ਿੰਮੇਵਾਰੀ ਤੋਂ ਦੌੜ ਰਹੀ ਹੈ ਜੀ, ਔਰ ਇਹ ਜਿਹੜਾ ਮਤਾ ਹੈ ਇਹ ਰੱਦ ਕਰਨਾ ਚਾਹੀਦਾ, ਕਿਉਂਕਿ ਅਕਾਲ ਤਖਤ ਸਾਹਿਬ ਉਹ ਸਥਾਨ ਨਹੀਂ ਜਿੱਥੇ ਤੁਸੀਂ ਕਿ ਮੁਲਾਜ਼ਮਾਂ ਨੇ ਕੀ ਕੀਤਾ, ਮੈਂਬਰਾਂ ਨੇ ਕੀ ਕੀਤਾ, ਅਗਰ ਕੋਈ ਕ੍ਰਿਮੀਨਲ ਕੇਸ ਹੈ, ਧੋਖਾਧੜੀ ਕੀਤੀ ਤੇ ਇਹੋ ਜਿਹੀਆਂ ਜਿਹੜੀਆਂ ਪੈਸੇ ਦਾ ਗਬਨ ਦੀ ਗੱਲ ਹੈ, ਇਹੋ ਜਿਹੇ ਕੇਸ ਹੁਣ ਜਿਹੜੇ ਅਕਾਲ ਤਖਤ ਤੇ ਥੋੜੀ ਵਿਚਾਰੇ ਜਾਣਗੇ। ਅਕਾਲ ਤਖਤ ਤੇ ਤਾਂ ਸਿਰਫ ਉਹ ਕੇਸ ਵਿਚਾਰੇ ਜਾਣੇ ਚਾਹੀਦੇ ਜਿਹੜੇ ਕਿ ਸਾਡੀ ਕੌਮ ਦੇ ਨਾਲ, ਕੌਮੀ ਮੁੱਦਿਆਂ ਦੇ ਨਾਲ, ਸਿੱਖੀ ਦੇ ਨਾਲ ਸੰਬੰਧਤ ਹਨ, ਜਿਹੜੇ ਕਿ ਸਾਰੀ ਕੌਮ ਨੂੰ ਇੰਪੈਕਟ ਕਰਦੇ ਹੈਗੇ। ਜਿਸੇ ਗੁਰਬਾਣੀ ਦੇ ਇਸ਼ੂਜ਼ ਆ ਗਏ, ਉਹਨਾਂ ਦੀ ਇੰਟਰਪ੍ਰੀਟੇਸ਼ਨ ਆ ਗਈ, ਮਰਿਆਦਾ ਦੇ ਇਸ਼ੂਜ਼ ਆ ਗਏ, ਅਜਿਹੀਆਂ ਗੱਲਾਂ ਵਿਚਾਰਨ ਵਾਲੀਆਂ ਹੁੰਦੀਆਂ। ਪਰ ਪਿਛਲੇ ਸਮਿਆਂ 'ਚ ਜਿਸ ਤਰੀਕੇ ਦੇ ਨਾਲ ਵੱਖ-ਵੱਖ ਧੜਿਆਂ ਨੇ ਆਪਣੀਆਂ ਲੜਾਈਆਂ ਲੈ ਕੇ ਅਕਾਲ ਤਖਤ ਸਾਹਿਬ ਜਾ ਕੇ ਤੇ ਅਕਾਲ ਤਖਤ ਦੇ ਉੱਪਰ ਜਥੇਦਾਰਾਂ ਨੂੰ ਸਾਲਸ ਬਣਾਉਣ ਦੀ ਕੋਸ਼ਿਸ਼ ਕੀਤੀ, ਉਹਦੇ ਨਾਲ ਸਾਰਾ ਜਿਹੜਾ ਇੱਕ ਸਿਸਟਮ ਹੈ ਉਹ ਗਲਤ ਤਰੀਕੇ ਤੁਰ ਪਿਆ ਜੀ। ਔਰ ਅਸੀਂ ਮੈਂਬਰਾਂ ਨੇ ਦੁਬਾਰਾ ਜਥੇਦਾਰ ਜੀ ਨੂੰ ਕਿਹਾ ਕਿ ਇਹ ਜਿਹੜਾ ਧਰਮ ਪ੍ਰਚਾਰ ਕਮੇਟੀ ਦਾ ਮਤਾ ਹੈ ਇਹਨੂੰ ਨਜ਼ਰਅੰਦਾਜ਼ ਕੀਤਾ ਜਾਏ, ਰੱਦ ਕੀਤਾ ਜਾਏ, ਸ਼੍ਰੋਮਣੀ ਕਮੇਟੀ ਆਪਣੀ ਜ਼ਿੰਮੇਵਾਰੀ ਸੰਭਾਲੇ, ਕਿਉਂਕਿ ਦੇਖੋ ਜਦੋਂ ਮੁਲਾਜ਼ਮ ਤੁਸੀਂ ਅਪਾਇੰਟ ਕਰਦੇ ਹੋ ਤੇ ਉਹ ਕਿਸੇ ਕਾਨੂੰਨ ਦੇ ਅਧੀਨ ਹੁੰਦਾ ਹੈ ਜੀ। ਜੇ ਤੁਸੀਂ ਉਹਨੂੰ ਕੱਢਣਾ ਹੈ ਤੇ ਤਾਂ ਵੀ ਕਿਸੇ ਕਾਨੂੰਨ ਦੇ ਅਧੀਨ ਕੱਢਣਾ ਹੈ। ਬਿਲਕੁਲ, ਹਰ ਚੀਜ਼ ਦਾ ਤੌਰ ਤਰੀਕਾ ਹੁੰਦਾ ਹੈ ਜੀ, ਤੇ ਜੇ ਤੁਸੀਂ ਉਹ ਫੋਲੋ ਨਹੀਂ ਕਰੋਗੇ ਤੇ ਤੁਸੀਂ ਕਿਸੇ ਸਾਰਥਕ ਨਤੀਜੇ ਤੱਕ ਪਹੁੰਚ ਨਹੀਂ ਸਕਦੇ। ਬਿਲਕੁਲ ਜੀ। ਅੱਛਾ ਬੀਬਾ ਜੀ, ਮੇਰਾ ਆਖਰੀ ਸਵਾਲ ਉਹੀ ਪਹਿਲਾਂ ਵਾਲੇ ਵਿਸ਼ੇ ਤੇ ਹੀ ਆ ਜਾਂਦਾ ਹੈ ਕਿ ਹੁਣ ਤੁਸੀਂ ਇਹ ਅਹੁਦਾ ਰੱਖੋਗੇ ਜਾਂ ਫਿਰ ਇਸ ਦਾ ਤੁਸੀਂ ਜਿਹੜਾ ਜਾਂ ਕੋਈ ਅਸਤੀਫਾ ਦੇਣ ਦੀ ਸੋਚ ਰਹੇ ਹੋ, ਜਾਂ ਫਿਰ ਇਸੇ ਤਰੀਕੇ ਦੇ ਨਾਲ ਤੁਸੀਂ ਰਹੋਗੇ ਆਪਣੇ ਅਹੁਦੇ ਤੇ? ਨਹੀਂ, ਜਿਹੜਾ ਇਸਤਰੀ ਅਕਾਲੀ ਦਲ ਦੀ ਉਹ ਜਨਰਲ ਸਕੱਤਰੀ ਹੈ, ਮੈਂ ਉਹ ਬਿਲਕੁਲ ਨਹੀਂ ਐਕਸੈਪਟ ਕਰ ਰਹੀ ਜੀ। ਜੀ, ਠੀਕ ਹੈ, ਕਿਉਂਕਿ ਮੇਰਾ ਬੜਾ ਇੱਕ ਸਿਧਾਂਤਕ ਇਤਰਾਜ਼ ਹੈ ਜੀ ਕਿ ਜਿਨ੍ਹਾਂ ਦੇ ਦੇਖੋ ਫੇਕ ਐਨਕਾਊਂਟਰਸ ਵਾਲੇ ਪਰਿਵਾਰਾਂ ਦੇ ਨਾਲ ਅਸੀਂ ਉਸ ਲੈਵਲ ਤੇ ਬਹਿ ਗਿਆ, ਅਸੀਂ ਕਾਹਦੇ ਪੰਥਕ ਰਹਿ ਗਏ ਜੀ। ਜੀ ਬਿਲਕੁਲ, ਬਹੁਤ ਬਹੁਤ ਸ਼ੁਕਰੀਆ ਜੀ ਬੀਬਾ ਕਿਰਨਜੀਤ ਕੌਰ ਜੀ, ਸਾਡੇ ਨਾਲ ਮਾਫ ਕਰਨਾ ਕਿਰਨਜੋਤ ਕੌਰ ਜੀ, ਸਾਡੇ ਨਾਲ ਜੁੜਨ ਦੇ ਲਈ, ਸਾਨੂੰ ਆਪਣਾ ਸਮਾਂ ਦੇਣ ਦੇ ਲਈ ਅਸੀਂ ਧੰਨਵਾਦੀ ਹਾਂ ਤੁਹਾਡੇ। ਬਹੁਤ ਬਹੁਤ ਸ਼ੁਕਰੀਆ ਜੀ। ਸੋ ਬੀਬਾ ਕਿਰਨਜੋਤ ਕੌਰ ਦਾ ਸਾਫ਼ ਆਖਣਾ ਕਿ ਇਸਤਰੀ ਅਕਾਲੀ ਦਲ ਦੇ ਵਿੱਚ ਜਨਰਲ ਸਕੱਤਰ ਦਾ ਅਹੁਦਾ ਪਾਰਟੀ ਜਿਹੜਾ ਉਹਨਾਂ ਨੂੰ ਦੇ ਰਹੀ ਆ ਉਹ ਇਸ ਕਰਕੇ ਸਵੀਕਾਰ ਨਹੀਂ ਕਰਨਗੇ ਕਿਉਂਕਿ ਇਜ਼ਹਾਰ ਆਲਮ, ਸਾਬਕਾ ਐਸਐਸਪੀ ਇਜ਼ਹਾਰ ਆਲਮ ਦੀ ਧਰਮ ਪਤਨੀ ਫਰਜ਼ਾਨਾ ਆਲਮ ਨੂੰ ਵੀ ਅਕਾਲੀ ਦਲ ਨੇ ਉਹੀ ਜਨਰਲ ਸਕੱਤਰ ਦਾ ਅਹੁਦਾ ਇਸਤਰੀ ਅਕਾਲੀ ਦਲ ਦੇ ਵਿੱਚ ਦੇ ਦਿੱਤਾ ਹੈ। ਤੇ ਬੀਬਾ ਕਿਰਨਜੀਤ ਕੌਰ ਇਸ ਦਾ ਵਿਰੋਧ ਕਰ ਰਹੇ ਨੇ ਕਿ ਮੈਂ ਉਹ ਅਹੁਦਾ ਨਹੀਂ ਲੈ ਸਕਦੀ ਜਿਸ ਅਹੁਦੇ ਤੇ ਕੋਈ ਐਸੇ ਅਫਸਰ ਦੀ ਧਰਮ ਪਤਨੀ ਹੋਵੇ ਜਿਸ ਨੇ ਪੰਜਾਬ ਦੇ ਨੌਜਵਾਨਾਂ ਤੇ ਤਸ਼ੱਦਦ ਕੀਤਾ ਹੋਵੇ, ਜੋ ਕਿ ਪੰਜਾਬ ਦੇ ਨੌਜਵਾਨਾਂ ਦੀਆਂ ਮੌਤਾਂ ਦਾ ਕਿਤੇ ਨਾ ਕਿਤੇ ਕਾਰਨ ਰਿਹਾ ਹੋਵੇ। ਸੋ ਇਹ ਇੱਕ ਵੱਡਾ ਬਿਆਨ ਹੈ। ਬੀਬਾ ਕਿਰਨਜੀਤ ਕੌਰ ਨੇ ਸਾਫ਼ ਤੌਰ ਤੇ ਇਨਕਾਰ ਕਰ ਦਿੱਤਾ ਕਿ ਉਹ ਇਸਤਰੀ ਅਕਾਲੀ ਦਲ ਦੇ ਜਨਰਲ ਸਕੱਤਰ ਵਾਲੇ ਅਹੁਦੇ ਦੇ ਪਦ ਨੂੰ ਸਵੀਕਾਰ ਨਹੀਂ ਕਰਨਗੇ, ਯਾਨੀ ਕਿ ਉਹਨਾਂ ਨੇ ਇਸ ਅਹੁਦੇ ਨੂੰ ਠੋਕਰ ਮਾਰ ਦਿੱਤੀ ਹੈ, ਜਿਸ ਤੋਂ ਬਾਅਦ ਬੀਬਾ ਕਿਰਨਜੋਤ ਕੌਰ ਦਾ ਜਿਹੜਾ ਕੱਦ ਹੈ ਸਿੱਖ ਸਮਾਜ ਦੇ ਵਿੱਚ ਉਹ ਹੋਰ ਵੀ ਉੱਚਾ ਹੋ ਗਿਆ।
ਤੁਸੀਂ ਹੈਰਾਨ ਤੇ ਜ਼ਰੂਰ ਹੋ ਰਹੇ ਹੋ ਕਿ ਇੱਕ ਬੰਦਾ ਪੈਂਟ ਕਮੀਜ਼ ਪਾ ਕੇ ਟਰੈਕਟਰ ਚਲਾ ਰਿਹਾ ਹੈ, ਖੇਤੀ ਕਰ ਰਿਹਾ ਹੈ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।